ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਸੈਂਟਰ ਆਫ ਗ੍ਰੈਵਿਟੀ ਚੈਪਟਰ ਸ਼ੁਰੂ ਕੀਤਾ ਸੀ, ਅੱਜ ਅੱਗੇ ਕੰਟੀਨਿਊ ਕਰਨਾ ਹੈ। ਅੱਜ ਇਸ ਲੈਕਚਰ 'ਚ ਆਪਾਂ ਕਾਫੀ ਆਰਟੀਕਲ ਪ੍ਰੂਵ ਕਰਨੇ ਨੇ। ਉਹ ਕਿਵੇਂ? ਸੈਂਟਰ ਆਫ ਗ੍ਰੈਵਿਟੀ ਆਪਾਂ ਡਿਟਰਮਿਨ ਕਰਾਂਗੇ, ਲੱਭਾਂਗੇ ਜਿਓਮੈਟ੍ਰਿਕ ਮੈਥਡ ਨਾਲ, ਡਾਇਗਰਾਮ ਬਣਾ ਕੇ ਫਿਰ ਆਪਾਂ ਸੈਂਟਰ ਆਫ ਗ੍ਰੈਵਿਟੀ ਲੱਭਾਂਗੇ ਜੀ। ਸੋ ਧਿਆਨ ਦਿਓ ਕਿਵੇਂ। ਆਪਾਂ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਕਿ ਜਿਹੜੀ ਯੂਨੀਫਾਰਮ ਰੋਡ ਹੁੰਦੀ ਹੈਗੀ ਆ ਉਹਦਾ ਵੇਟ ਸੈਂਟਰ ਦੇ ਐਕਟ ਕਰਦਾ ਹੁੰਦਾ, ਉਹ ਪ੍ਰੂਵ ਨਹੀਂ ਕੀਤਾ ਆਪਾਂ। ਮਤਲਬ ਪਹਿਲਾ ਆਰਟੀਕਲ ਕਰ ਰਹੇ ਹਾਂ ਆਪਾਂ, ਸੈਂਟਰ ਆਫ ਗ੍ਰੈਵਿਟੀ ਆਫ ਯੂਨੀਫਾਰਮ ਰੋਡ। ਪੇਪਰ ਕੁਐਸਚਨ ਇਦਾਂ ਆ ਸਕਦਾ ਕਿ ਫਾਈਂਡ ਦਾ ਸੈਂਟਰ ਆਫ ਗ੍ਰੈਵਿਟੀ ਆਫ ਯੂਨੀਫਾਰਮ ਰੋਡ, ਜਾਂ ਸ਼ੋ ਦੈਟ ਸੈਂਟਰ ਆਫ ਗ੍ਰੈਵਿਟੀ ਆਫ ਯੂਨੀਫਾਰਮ ਰੋਡ ਐਕਟਸ ਐਟ ਸੈਂਟਰ ਆਫ ਰੋਡ। ਜੋ ਵੇਟ ਹੁੰਦਾ ਯੂਨੀਫਾਰਮ ਰੋਡ ਦਾ ਉਹ ਸੈਂਟਰ ਤੇ ਐਕਟ ਕਰੇਗਾ। ਇਹ ਆਪਾਂ ਨੇ ਪ੍ਰੂਵ ਕਰਨਾ ਕਿ ਸੈਂਟਰ ਤੇ ਐਕਟ ਕਿਉਂ ਕਰੇਗਾ। ਉਹ ਦੇਖੋ ਧਿਆਨ ਨਾਲ। ਯੂਨੀਫਾਰਮ ਰੋਡ ਲੈ ਲਈ ਆਪਾਂ ਕੋਈ ਇਦਾਂ ਦੀ। ਯੂਨੀਫਾਰਮ ਰੋਡ ਹੋ ਗਈ ਕਿ ਇੱਕੋ ਸਾਰ ਆ, ਬਰਾਬਰ ਆ, ਇੱਕੋ ਸਾਰ ਹੈ। ਮਤਲਬ ਇਦਾਂ ਨਹੀਂ ਹੈ ਕਿਤੇ ਮੋਟੀ ਕਿਤੇ ਪਤਲੀ ਹੈਗੇ, ਸਾਰੇ ਇੱਕੋ ਸਾਰ ਆ। ਕੀ ਕੀਤਾ ਆਪਾਂ? ਇਹ ਏ ਬੀ ਆਪਾਂ ਯੂਨੀਫਾਰਮ ਰੋਡ ਲੈ ਲਈ, ਲੈਟ ਕਰ ਲੈ, ਲੈਟ ਏ ਬੀ ਐਨੀ ਯੂਨੀਫਾਰਮ ਰੋਡ। ਇਹ ਸਾਰੇ ਆਰਟੀਕਲ ਇੰਪੋਰਟੈਂਟ ਨੇ, ਧਿਆਨ ਰੱਖਣਾ ਹੈ। ਪੇਪਰ 'ਚ ਇੱਕ ਆਰਟੀਕਲ ਆ ਸਕਦਾ ਇਹਨਾਂ ਵਿੱਚੋਂ ਜਿੰਨੇ ਆਪਾਂ ਕਰਾਂਗੇ। ਏ ਬੀ ਆਪਾਂ ਕੋਈ ਵੀ ਯੂਨੀਫਾਰਮ ਰੋਡ ਸਪੋਜ਼ ਕਰ ਲਈ ਤੇ ਇਹਨੂੰ ਡਿਵਾਈਡ ਕੀਤਾ ਆਪਾਂ, ਲੈਟ ਅਸ ਡਿਵਾਈਡ ਏ ਬੀ ਇਨਟੂ ਨੰਬਰ ਆਫ equal parts। ਇਹਨੂੰ ਬਰਾਬਰ ਹਿੱਸਿਆਂ ਵਿੱਚ ਵੰਡਤਾ। ਕਿੰਨੇ ਬਣਨਗੇ ਪਤਾ ਨਹੀਂ, ਇਹਨੂੰ ਬਰਾਬਰ ਹਿੱਸਿਆਂ ਵਿੱਚ ਵੰਡਤਾ। ਕਿਵੇਂ ਵੰਡਿਆ ਦੇਖੋ, ਏਦਾਂ ਬਰਾਬਰ ਹਿੱਸੇ ਲੈ ਲਏ ਤੇ ਲਏ ਕੀ ਨੇ ਆਪਾਂ ਨੇ, ਇਹ ਬਹੁਤ ਨੇੜੇ ਨੇ ਹਿੱਸੇ, ਇਹ ਬਰਾਬਰ ਹਿੱਸੇ ਮੰਨ ਲਏ ਆਪਾਂ ਸਾਰੇ, ਏਦਾਂ ਵੰਡਤਾ ਬਰਾਬਰ ਹਿੱਸਿਆਂ 'ਚ। ਤਾਂ ਮੋਟੇ ਜਿਹੇ ਆਈਡੀਆ ਲਵਾਂ ਮੈਂ, ਜੇ ਬਰਾਬਰ ਹਿੱਸੇ ਵੰਡਿਆ ਹੈਗਾ ਜੀ ਤਾਂ ਕਹਿ ਸਕਦੇ ਹਾਂ ਆਪਾਂ ਕਿ ਆਹ ਸੈਂਟਰ ਆ, ਮੰਨ ਲਓ ਸੀ, ਤਾਂ ਜਿੰਨੇ ਹਿੱਸੇ ਇੱਧਰਲੇ ਪਾਸੇ ਹੋਣਗੇ ਉਨੇ ਹੀ ਹਿੱਸੇ ਇੱਧਰਲੇ ਪਾਸੇ ਹੋਣਗੇ, ਬਿਕੋਜ਼ ਸੈਂਟਰ ਆ। ਜੇ ਆਪਾਂ ਇਹ ਸਾਰਿਆਂ ਨੇ ਬਰਾਬਰ ਹਿੱਸੇ ਕੀਤੇ ਹੈਗੇ ਨੇ ਤਾਂ ਜਿੰਨੇ ਹਿੱਸੇ ਇੱਧਰ ਨੇ ਉਨੇ ਹੀ ਹਿੱਸੇ ਇੱਧਰਲੇ ਪਾਸੇ ਹੋਣਗੇ। ਇਹਨਾਂ ਨੰਬਰ ਆਫ ਜਿਹੜੇ ਪਾਰਟਸ ਨੇ ਉਹ ਇਕੁਅਲ ਹੋਣਗੇ, ਕਿਉਂਕਿ ਪਾਰਟਸ ਜਿਹੜੇ ਹੈਗੇ ਨੇ ਇੱਦਾਂ ਨਹੀਂ ਹੈਗੇ 5 ਇਕੁਅਲ ਪਾਰਟ ਕੀਤੇ ਨੇ, 10 ਇਕੁਅਲ ਪਾਰਟ ਕੀਤੇ ਨੇ, ਇਹਦੇ ਬਹੁਤ ਸਾਰੇ ਇਕੁਅਲ ਪਾਰਟਸ ਕੀਤੇ ਨੇ ਆਪਾਂ ਨੇ। ਸੋ ਸੈਂਟਰ ਹੈ, ਸੈਂਟਰ ਦੇਖ ਕੇ ਲੱਗ ਰਿਹਾ ਕਿ ਇਹ ਸਾਰੇ ਫਿਰ ਜਿੰਨੇ ਇੱਧਰਲੇ ਪਾਸੇ ਹੋਣਗੇ ਉਨੇ ਇੱਧਰਲੇ ਪਾਸੇ ਹੋਣਗੇ। ਆਪਾਂ ਕੀ ਕੀਤਾ, ਇੱਕ ਜਨਰਲ ਪਾਰਟ ਲੈ ਲਿਆ ਇੱਧਰਲੇ ਪਾਸੇ, ਇਹਦੇ ਵਿੱਚ ਇੱਕ ਜਨਰਲ ਪਾਰਟ ਚੱਕ ਲਿਆ, ਉਹਦੇ ਬਰਾਬਰ ਹੀ ਆਪਾਂ ਇੱਧਰਲੇ ਪਾਸੇ ਇੱਕ ਜਨਰਲ ਪਾਰਟ ਲੈ ਲਿਆ। ਜਨਰਲ ਪਾਰਟ ਮਤਲਬ ਇੱਧਰ ਪੀ ਲੈ ਲਿਆ, ਇੱਧਰ ਪੀ ਡੈਸ਼, ਇੱਧਰੋਂ ਵੀ ਕੋਈ ਇੱਕ ਲੈ ਲਿਆ। ਜਿੰਨਾ ਦੂਰ ਇਹ ਹੈਗਾ ਓਨਾ ਹੀ ਦੂਰ ਆਪਾਂ ਦੂਜੇ ਪਾਸੇ ਮੰਨ ਲਿਆ। ਜਨਰਲ ਕੀ ਕਹਿ ਰਿਹਾ ਮੈਂ ਕਿ ਇੱਧਰ ਕੋਈ ਵੀ ਮੰਨ ਲਿਆ, ਜਿਹੜਾ ਇੱਧਰਲੇ ਪਾਸੇ ਮੰਨਿਆ ਹੈਗਾ ਓਨਾ ਹੀ ਦੂਰ ਆਪਾਂ ਇੱਧਰਲੇ ਪਾਸੇ ਮੰਨ ਲਿਆ। ਤਾਂ ਕੀ ਗੱਲ ਬਣ ਗਈ? ਇਹ ਗੱਲ ਏਦਾਂ ਬਣ ਗਈ ਕਿ ਦੋ ਇਕੁਅਲ ਵੇਟ ਨੇ। ਇਹ ਪਾਰਟ ਮੰਨੇ ਦਾ ਕੋਈ ਨਾ ਕੋਈ ਭਾਰ ਹੋਊਗਾ, ਆ ਪੀ ਆ, ਪੀ ਡੈਸ਼ ਆ, ਪੀ ਆ, ਇਹਦਾ ਕੋਈ ਨਾ ਕੋਈ ਵੇਟ ਹੋਊਗਾ। ਮੰਨ ਲਓ ਕੁਛ ਵੀ ਵੇਟ ਹੈਗਾ W, ਇਹਦਾ ਹੀ ਵੇਟ W ਹੋਊਗਾ ਜੀ, ਸਮਝਾਉਣ ਵਾਸਤੇ। ਜਾਂ W1 ਮੰਨ ਲਓ। ਹੁਣ ਦੋਨਾਂ ਵੇਟ ਬਰਾਬਰ ਕਿਉਂ ਹੋਊਗਾ? ਬਿਕੋਜ਼ ਆਪਾਂ ਇਕੁਅਲ ਪਾਰਟ ਗਿਆ। ਇਕੁਅਲ ਪਾਰਟ ਦਾ ਮਤਲਬ ਕੀ ਹੋਊਗਾ ਕਿ ਜਿੰਨੀ ਮੋਟਾਈ A ਦੀ ਆ ਉਨੀ ਮੋਟਾਈ A ਦੀ ਆ। ਇਹ ਯੂਨੀਫਾਰਮ ਰੋਡ ਆ, ਤਾਂ ਜਿੰਨਾ ਭਾਰ ਇਹਦਾ ਹੋਊਗਾ ਉਨਾ ਭਾਰ ਇਹਦਾ ਹੋਊਗਾ। ਆ ਦੋ ਪਾਰਟਸ ਲੈਣੇ ਆਪਾਂ ਨੂੰ। ਹੁਣ ਇਹ ਪਤਾ ਆਪਾਂ ਨੂੰ ਜੇ ਦੋ ਇਕੁਅਲ ਫੋਰਸਿਸ ਨੇ, ਇਹਦਾ ਰਿਜ਼ਲਟੈਂਟ ਕਿੱਥੇ ਐਕਟ ਕਰੂਗਾ? ਮੰਨ ਲਓ C ਪੁਆਇੰਟ ਤੇ ਐਕਟ ਕਰ ਰਿਹਾ ਰਿਜ਼ਲਟੈਂਟ। ਤਾਂ ਰਿਜ਼ਲਟੈਂਟ ਦੀ ਕੰਡੀਸ਼ਨ ਕੀ ਹੁੰਦੀ ਹੈਗੀ ਆ? P ਇੰਟੂ AC, Q ਇੰਟੂ BC। P ਇੰਟੂ ਮੰਨ ਲਓ ਇਹ ਪੁਆਇੰਟ ਮੈਂ C ਪੁਆਇੰਟ ਲਿਆ ਹੈ, ਚਲੋ C ਪੁਆਇੰਟ, ਤਾਂ ਇਹ ਹੁੰਦਾ ਪੈਰਲਲ ਫੋਰਸ ਯਾਦ ਹੋਵੇ ਜੀ, ਪਿੱਛੇ ਕੀਤਾ ਹੋਇਆ ਜੀ। ਆ P ਆ Q ਆ। ਪੈਰਲਲ ਫੋਰਸ ਦਾ ਕੰਸੈਪਟ ਕਾਫੀ ਆਊਗਾ ਇਹਦੇ ਵਿੱਚ ਜੀ, ਖਾਸ ਕਰ ਜਿਹੜੀ ਐਕਸਰਸਾਈਜ਼ ਹੁਣ ਕਰਨੀ ਹੈ ਤਾਂ ਕਾਫੀ ਪੈਰਲਲ ਫੋਰਸ ਦਾ ਕੰਸੈਪਟ ਆਊਗਾ।
ਆ ਰਿਜ਼ਲਟੈਂਟ। ਤਾਂ ਪਹਿਲਾ ਫੋਰਸ ਕੀ ਹੁੰਦਾ, ਮਤਲਬ ਏ ਸੀ ਬੀ ਆ, ਤਾਂ P ਇੰਟੂ ਏ ਸੀ ਕਿਊ ਇੰਟੂ ਬੀ ਸੀ ਇਹ ਬਰਾਬਰ ਹੁੰਦੇ ਨੇ। ਤਾਂ ਆਪਾਂ ਦੇਖਣਾ ਕਿ ਇਹ ਦੋ ਨੇ, ਇਹਦਾ ਵੇਟ ਕਿੱਥੇ ਆਊਗਾ, ਕਿੱਥੇ ਰਿਜ਼ਲਟੈਂਟ ਕਿੱਥੇ ਐਕਟ ਕਰੇਗਾ। ਤਾਂ ਆਹ ਲਾ ਲਿਆ ਆਪਾਂ ਨੇ W1 ਇੰਟੂ P, W1 ਇੰਟੂ ਪੀ ਸੀ, W1 ਇੰਟੂ P ਡੈਸ਼ ਸੀ, ਇਹ ਕੱਟ ਗਿਆ। ਤਾਂ PC ਇਕੁਅਲ ਟੂ P ਡੈਸ਼ ਸੀ ਆ ਗਿਆ, ਮਤਲਬ PC ਇਕੁਅਲ ਟੂ P ਡੈਸ਼ ਸੀ, ਇਹ ਬਰਾਬਰ ਆ ਗਿਆ। ਬਰਾਬਰ ਮਤਲਬ ਕੀ ਬਣ ਗਿਆ, ਇਹ ਮਿਡ ਪੁਆਇੰਟ ਹੋ ਗਿਆ। ਇਹ C ਆਪਾਂ ਮਿਡ ਪੁਆਇੰਟ ਹੀ ਮੰਨਿਆ, ਕਿਉਂ ਆਪਾਂ ਉਹਨੇ ਕਿਹਾ ਹੈਗਾ ਕਿ P ਡੈਸ਼ ਓਨਾ ਦੂਰ ਮੰਨਣਾ ਜਿੰਨਾ P ਹੋਵੇ, ਜਾਂ P ਆਪਾਂ ਓਨਾ ਦੂਰ ਮੰਨਣਾ ਜਿੰਨਾ P ਡੈਸ਼ ਹੋਵੇ। ਇਹ ਬਰਾਬਰ ਆ ਦੂਰੀ ਦੋਨਾਂ ਦੀ, ਡਿਸਟੈਂਸ ਬਰਾਬਰ ਹੈ ਤਾਂ C ਮਿਡ ਪੁਆਇੰਟ ਹੀ ਹੋਊਗਾ। ਤਾਂ ਇਹਨਾਂ ਦੋਨਾਂ ਦਾ ਵੇਟ ਇੱਥੇ ਐਕਟ ਕਰੂਗਾ ਸੈਂਟਰ ਤੇ। ਫਿਰ ਇੱਕ ਇੱਧਰਲੇ ਪਾਸੇ ਲੈ ਲਿਆ ਆਪਾਂ ਵੇਟ ਹੋਰ ਇਹਦੇ ਨਾਲ, ਇੱਕ ਇੱਧਰਲੇ ਪਾਸੇ ਲੈ ਲਿਆ। ਇਹਨਾਂ ਦਾ ਵੇਟ ਕਿੱਥੇ ਆਊਗਾ, ਵੀ ਸੈਂਟਰ 'ਚ ਆਊਗਾ। ਜਿੰਨੀ ਦੂਰ ਆਹ ਮੰਨਿਆ ਹੈਗਾ ਇੱਧਰਲੇ ਪਾਸੇ, ਉਨੀ ਦੂਰ ਆਪਾਂ ਇੱਧਰਲੇ ਪਾਸੇ ਮੰਨ ਲਿਆ। ਫਿਰ ਆਪਾਂ ਇੱਕ ਹੋਰ ਲੈ ਲਿਆ, ਮੰਨ ਲਓ ਇੱਧਰਲੇ ਪਾਸੇ, ਇੱਕ ਹੋਰ ਇੱਧਰਲੇ ਪਾਸੇ ਲੈ ਲਿਆ। ਇਹਨਾਂ ਦਾ ਵੇਟ ਕਿੱਥੇ ਆਊਗਾ, ਸੈਂਟਰ ਤੇ ਆਊਗਾ। ਫਿਰ ਹੋਰ ਲੈ ਲਿਆ, ਹੋਰ ਲੈ ਲਿਆ। ਏਦਾਂ ਕਰਕੇ ਆਪਾਂ ਹੌਲੀ ਹੌਲੀ ਇਹ ਸਾਰੀ ਰॉड ਕੰਪਲੀਟ ਕਰ ਲਈ, ਇਹ ਸਾਰੇ ਪਾਰਟ ਲੈ ਲਏ। ਜੋ ਸਾਰੇ ਪਾਰਟ ਆਪਾਂ ਲੈ ਲਏ ਤਾਂ ਓਵਰਆਲ ਸਾਰੇ ਪਾਰਟ ਦਾ ਰਿਜ਼ਲਟੈਂਟ ਕਿੱਥੇ ਆ ਰਿਹਾ, C ਤੇ ਆ ਰਿਹਾ। ਜੇ C ਤੇ ਆ ਰਿਹਾ ਹੈਗਾ ਤਾਂ ਆਪਾਂ ਕਹਾਂਗੇ ਓਵਰਆਲ ਸਾਰੇ ਪਾਰਟ ਦਾ ਸੈਂਟਰ ਆਫ ਗ੍ਰੈਵਿਟੀ C ਤੇ ਹੋਊਗੀ, ਮਤਲਬ ਸਾਰੀ ਰॉड ਦਾ ਵੇਟ ਜੋ ਹੈ ਉਹ ਸੈਂਟਰ ਆਫ ਗ੍ਰੈਵਿਟੀ ਸੈਂਟਰ ਤੇ ਆਊਗਾ। ਇਹ ਤਾਂ ਹੀ ਦੱਸਿਆ ਕਿ ਆਪਾਂ ਸਿਰਫ ਸਾਰਿਆਂ ਵਾਸਤੇ ਨਹੀਂ ਪ੍ਰੂਵ ਕਰਨਾ, ਆਪਾਂ ਸਿਰਫ ਜਨਰਲ ਵਾਸਤੇ ਪ੍ਰੂਵ ਕਰਤਾ। ਜਨਰਲ ਮਤਲਬ ਕੋਈ ਇੱਕ ਲੜਿਆ, ਜੇ ਇਹਦੇ ਵਾਸਤੇ ਸੈਂਟਰ ਤੇ ਐਕਟ ਕਰੂਗਾ ਤਾਂ ਸਾਰਿਆਂ ਵਾਸਤੇ ਵੀ ਸੈਂਟਰ ਤੇ ਹੀ ਐਕਟ ਕਰੂਗਾ। ਤੇ ਲੈਟ ਕਰ ਲੈ, ਲੈਟ P ਡੈਸ਼ ਐਂਡ P be two equal parts, ਇਹ ਦੋ ਇਕੁਅਲ ਪਾਰਟਸ ਮੰਨ ਲਏ on opposite side of C। C ਕੀ ਹੈਗਾ, ਮਿਡ ਪੁਆਇੰਟ ਆਫ AB। P ਡੈਸ਼ ਅਤੇ P ਦੋ ਇਕੁਅਲ ਪਾਰਟਸ ਮੰਨ ਲਏ ਆਪਾਂ ਨੇ। ਮੰਨੇ ਕੀ ਨੇ, ਆਪੋਜ਼ਿਟ ਸਾਈਡ ਮੰਨਣੇ, ਇੱਕ C ਦੂਜੇ ਪਾਸੇ ਮੰਨਿਆ, ਇੱਕ ਦੂਜੇ ਪਾਸੇ ਮੰਨਿਆ। ਤੇ C ਕਿਹਨੂੰ ਮੰਨਿਆ ਆਪਾਂ, C ਮਿਡ ਪੁਆਇੰਟ ਆਫ AB। Therefore resultant of P dash and P dash ਤੇ P ਦਾ ਰਿਜ਼ਲਟੈਂਟ ਆਪਾਂ ਨੇ ਦੱਸਿਆ ਇੱਥੇ। ਇਹ ਰਫ ਕੰਮ ਆ ਸਾਰਾ, ਸਿੱਧਾ ਆਪਾਂ ਲਿਖ ਸਕਦੇ ਹਾਂ। ਇਹ ਤਾਂ ਆਪਾਂ ਹੁਣ ਕਰਕੇ ਦੇਖਿਆ ਨਾ, ਪਰ ਇਹ ਕਾਮਨ ਸੈਂਸ ਦੀ ਗੱਲ ਹੈ ਕਿ ਜੇ ਵੇਟ ਬਰਾਬਰ ਨੇ ਜੀ ਦੋਨੇ, ਤਾਂ ਉਹਦਾ ਰਿਜ਼ਲਟੈਂਟ ਸੈਂਟਰ ਤੇ ਹੀ ਆ। ਤਾਂ ਇਹ ਸ਼ੋਅ ਕਰਨ ਦੀ ਲੋੜ ਨਹੀਂ ਹੈਗੀ, ਸਿੱਧਾ ਲਿਖ ਸਕਦੇ ਹਾਂ ਆਪਾਂ ਕਿ ਰਿਜ਼ਲਟੈਂਟ ਆਫ P dash and P will acts at C। ਇਹ C ਤੇ ਐਕਟ ਕਰੇਗਾ। ਜੇ ਜਨਰਲ ਦਾ ਰਿਜ਼ਲਟੈਂਟ C ਤੇ ਐਕਟ ਕਰ ਰਿਹਾ ਹੈਗਾ ਤਾਂ ਸਾਰਿਆਂ ਦਾ ਫਿਰ ਕੀ ਕਹਾਂਗੇ, therefore resultant of all parts, ਜਿੰਨੇ ਪਾਰਟਸ ਕਿਤਨੇ ਸਾਰਿਆਂ ਦਾ ਰਿਜ਼ਲਟੈਂਟ ਪੱਕਾ C ਤੇ ਆਊਗਾ, will acts at C। ਜੇ ਸਾਰੇ ਪਾਰਟ ਇਕੱਠੇ ਲਵਾਂਗੇ ਤਾਂ ਪਾਰਟ ਜੋੜ ਕੇ ਰॉड ਬਣ ਜਾਏਗੀ ਸਾਰੀ। ਆਹ ਪਾਰਟ ਸਾਰੇ ਜੋੜਦੇ ਆਪਾਂ, ਰॉड ਬਣ ਜਾਏਗੀ ਸਾਰੀ। ਤਾਂ ਰॉड ਦਾ ਰਿਜ਼ਲਟੈਂਟ ਜਾਂ ਵੇਟ ਸੈਂਟਰ ਤੇ ਐਕਟ ਕਰੇਗਾ। Therefore center of gravity of uniform rod acts at center of rod। ਤਾਂ ਸੈਂਟਰ ਆਫ ਗ੍ਰੈਵਿਟੀ ਜੋ ਯੂਨੀਫਾਰਮ ਰॉड ਦਾ ਹੋਊਗਾ ਉਹ ਸੈਂਟਰ ਤੇ ਐਕਟ ਕਰੂਗਾ। ਇਹ ਪਹਿਲਾ ਆਰਟੀਕਲ ਪ੍ਰੂਵ ਕੀਤਾ ਆਪਾਂ ਨੇ। ਜਿਹੜੀ ਗੱਲ ਇੱਥੇ ਇੰਪੋਰਟੈਂਟ ਹੈਗੀ ਆ ਉਹ ਦੇਖੋ ਕੀ ਆ। ਇਹ ਕਨਸੈਪਟ ਤਕਰੀਬਨ
जिन्ने भी आप आर्टिकल करांगे उन्होंने तो बाद करांगे, सारे आर्टिकल तो बाद ये कंसैप्ट आऊगा जी। हरेक आर्टिकल के नीचे ये वाला कंसैप्ट आऊगा जो आप करन लगे हैं, ये नोट पा लियो। ये आप हुणी क्या हैगा कि मान लो आ रॉड आ, ध्यान रखियो ये मोटी नहीं दिखाई हैगी, मैं ये विड्थ नहीं दिखाई हैगी, विड्थ नहीं दिखाई, पिछे प्रूव करना सीगा तां विड्थ दिखाई सीगी जी। अदरवाइज ये पता लग गया रॉड आ, रॉड का वेट मान लो W आ, ए बी रॉड, ये यूनीफॉर्म रॉड। तो यह रॉड जिहड़ी हैगी आ इक्विवेलेंट होगी, ये बराबर होगी किवें, रॉड नहीं है कोई, ये रॉड नहीं है जी। जस्ट आपां ए अते बी दे उपर W/2 वेट ला रही है, ये दोने गल्लां आपस च इक्विवेलेंट होणगियां। ध्यान रखना जी, एक दा वर्ड हुंदा इक्वल, इक्वल का होंगे कि बिल्कुल बराबर होवे, एक होंगे इक्विवेलेंट। इक्विवेलेंट मतलब की हो गया कि ये गल्लां बराबर नहीं है देखने नूं, पर जो इन्हां दोनों का कंक्लूजन है वो बराबर आ। जो इन्हां दोनों का इहदा रिजल्ट आऊगा तो इहदा रिजल्ट आऊगा, ये बराबर होणगे दोने। जिवें जिवें आ देखो हुण इहदा रिजल्ट की लग रहा पता आपां नूं, ओवरऑल की जिन्ने भी आपां क्वेश्चन करांगे वो लग रहा पता आपां नूं कि सी ते वेट लेना बस। रॉड मोटी आ चाहे पतली आ, वेट सिर्फ सेंटर ते ही लेना बस। मीनिंग ये है यूनीफॉर्म रॉड का मीनिंग ये बन गया कि वेट जो है वो सेंटर ते ही आऊगा बस। इत्थों ही गल समझ आ रही है, रॉड चाहे मोटी हो चाहे पतली हो, बस ये गल समझ आ रही है कि वेट सेंटर ते आऊगा। ये गल समझ आ रही है, रिजल्ट ये है कि वेट सेंटर ते आऊगा। फिर ये की गल समझ आ रही है, वही गल है पैरेलल फोर्स का कंसैप्ट बहुत आऊगा जी। दोने वेट बराबर ने, जे पिछे किया सी आपां रिजल्टेंट जो है वो सेंटर ते एक्ट करेगा, इहदा रिजल्टेंट। तो रिजल्टेंट कितना होगा, पैरेलल फोर्स से रिजल्टेंट हुंदा फोर्सिस ऐड करनी होंदी P+Q, तो इहदा रिजल्टेंट कितना होगा W/2 इज इक्वल टू W। तो इहदी गल भी यही बन गई कि सेंटर ते वेट W एक्ट कर रहे, तो यही गल भी की यही है कि सेंटर ते वेट W एक्ट कर रहे, तो दोनों गल्लां आपस इक्वलेंट हो गई। देखने में फर्क आई बहुत, फर्क की है मैं दोबारा दस रहा, फर्क की हैगा, यह रॉड जिहड़ी है ये मोटी है, ये यूनीफॉर्म रॉड आ सारी, ये रॉड कोई नहीं हैगी, इह रॉड नहीं है कोई, ये कोई रॉड नहीं हैगी। जस्ट आपां ए ते W/2 वेट लमकाया है, हैंग किया है, बी ते W/2 वेट हैंग किया है। रॉड लै लवो जां सिर्फ एंड पॉइंट्स से W/2 वेट लमका लवो, दोनों का मीनिंग सेम। ये दोनों मीनिंग सेम क्यों आ, यदा मीनिंग की कड्डांगे आपां कि रॉड आ उहदा वेट सेंटर ते एक्ट कर रहा है। यदा मीनिंग की कड्ढिया आपां ने, रॉड चाहे मोटी होवे चाहे पतली होवे, आप सिर्फ एक कंक्लूजन कढ़िया कि वेट WC ते एक्ट करूगा, यदा मीनिंग भी यही नहीं है। जे W/2 वेट इत्थे आ रहा, W/2 वेट इत्थे आ रहा, तो पैरेलल फोर्स के कंसैप्ट ना दोनों वेट सेम ने, तो रिजल्टेंट सेंटर ते एक्ट करेगा। जे पिछे किया दिस इंटू दिस किया, दिस इंटू दिस किया, बराबर होणगे, ये कट गए आपस, ये दोनों बराबर आ गए। जे सेंटर ते एक्ट करेगा तो रिजल्टेंट कितना होंदा, दोनों फोर्सिस आप ऐड करनियां होंदियां ने, तो रिजल्टेंट कितना बन जाएगा W/2 इज इक्वल W आ जाएगा। तो गल तो एक ही बन गई है, ये भी तो आप सेंटर ते W वेट ला रहे हैं, रॉड चाहे मोटी है चाहे पतली है। जो रॉड नहीं भी लवांगे आप सिर्फ जस्ट कले वेट हैंग करांगे तो भी तो सेंटर ते W आ रहा है। तो ये मतलब की बन गया अपने को, वेट ऑफ यूनिफॉर्म रॉड या यूनिफॉर्म रॉड AB of weight W is equivalent to होएगी weights W/2 at
A and B respectively, add A and B respectively। ਇਹ ਦੋਨੇ ਗੱਲਾਂ ਇੱਕੋ ਨੇ। ਚਾਹੇ ਤਾਂ ਤੁਸੀਂ ਰੋਡ ਲੈ ਲਵੋ ਜਿਹਦਾ weight W ਹੈਗਾ, ਚਾਹੇ ਜੇ ਰੋਡ ਨਹੀਂ ਲੈਣੀ ਹੈਗੀ ਤਾਂ ਜਿੰਨਾ weight ਹੈਗਾ ਉਹਦਾ ਅੱਧਾ weight ਇੱਥੇ ਲਾ ਦਿਓ A ਤੇ ਅੱਧਾ weight B ਤੇ ਲਾ ਦਿਓ, ਤਾਂ ਵੀ ਗੱਲ ਇੱਕੋ ਹੋਏਗੀ। ਜਿਹੜੀ ਗੱਲ ਸਮਝਣ ਵਾਲੀ ਹੈਗੀ ਆ, AB ਕੀ ਹੈ ਇਸ ਕੇਸ 'ਚ ਲੈਂਥ ਆਫ ਰੋਡ, ਤਾਂ ਜੋ ਲੈਂਥ ਆਫ ਰੋਡ ਹੈਗੀ ਆ AB ਉਹੀ AB ਲੈਣੀ ਹੈ ਇੱਥੇ, ਇਹ ਲੈਂਥ ਵਧਾਉਣੀ ਘਟਾਉਣੀ ਨਹੀਂ ਹੈਗੀ। ਚਲੋ ਇਹ ਮਤਲਬ ਬਣ ਗਿਆ ਆਪਣੇ ਕੋਲ ਕਿ ਯੂਨੀਫਾਰਮ ਰੋਡ ਜਿਹੜੀ ਹੈਗੀ ਆ AB ਦਾ weight W ਹੈਗਾ, ਇਹ ਇਹਦੇ ਇਕੁਇਵਲੈਂਟ ਹੋਊਗਾ ਜੇ ਆਪਾਂ A ਤੇ B ਉੱਪਰ W/2 weight ਲਗਾ ਦਈਏ। ਇਹ ਲੋਡ ਕਿੱਥੇ ਪਏਗੀ ਆਪਾਂ ਨੂਮੈਰੀਕਲ ਚ ਲਵਾਂਗੇ। ਜੇ ਮਤਲਬ ਆਪਾਂ ਨੂਮੈਰੀਕਲ ਦੇ ਵਿੱਚ ਕੁਐਸਚਨ ਆਇਆ ਕਿ ਰੋਡ ਆ, ਤਾਂ ਰੋਡ ਨੂੰ ਆਪਾਂ ਇਦਾਂ ਲਿਖ ਸਕਦੇ ਹਾਂ, ਰੋਡ ਛੱਡ ਦਿਓ W/2 weight ਇੱਧਰ ਹੈਂਗ ਕਰ ਦਿਓ, W/2 weight ਇੱਧਰ ਹੈਂਗ ਕਰੋ, ਤਾਂ ਵੀ ਗੱਲ ਇੱਕੋ ਹੀ ਹੋਊਗੀ। ਬਾਕੀ ਜਿਵੇਂ ਆਪਾਂ ਨੂਮੈਰੀਕਲ ਕਰਾਂਗੇ ਤਾਂ ਧਿਆਨ ਰੱਖਿਓ। ਇਹ ਵਾਲਾ ਕੰਸੈਪਟ ਜੋ ਹੈ ਇਕੁਇਵਲੈਂਟ ਵਾਲਾ, ਇਹ ਹਰੇਕ ਥਿਊਰਮ ਦੇ ਬਾਅਦ ਵਿੱਚ ਆਏਗਾ, ਜਿਹੜੇ ਆਪਾਂ ਨੇ ਆਰਟੀਕਲ ਪ੍ਰੂਵ ਕਰਨੇ ਨੇ। ਚਲੋ ਇਹ ਪਹਿਲਾ ਆਰਟੀਕਲ ਸੀਗਾ ਜੀ। ਹੁਣ ਦੂਜਾ ਆਰਟੀਕਲ ਕਰਨਾ ਆਪਾਂ ਨੇ ਕਿ ਪੈਰਲਲੋਗ੍ਰਾਮ ਦਾ ਸੈਂਟਰ ਆਫ ਗ੍ਰੈਵਿਟੀ ਕਿੱਥੇ ਆਊਗਾ। ਇਹ ਵੈਸੇ ਪਹਿਲਾਂ ਆਪਾਂ ਇੱਕ ਨੂਮੈਰੀਕਲ ਦੇ ਵਿੱਚ ਆਉਂਦਾ ਤਾਂ ਹੈਗਾ ਪਿੱਛੇ ਸੈਂਟਰ ਆਫ ਗ੍ਰੈਵਿਟੀ, ਪਰ ਤੁਸੀਂ ਪੁੱਛਿਆ ਵੀ ਨਹੀਂ ਹੈਗਾ, ਉਹ ਪਿੱਛੇ ਸੀਗਾ ਉਹਦੇ ਵਿੱਚ ਆਇਆ ਸੀ ਪੈਰਲਲੋਗ੍ਰਾਮ, ਰੋਮਬਸ ਆਇਆ ਸੀ ਉਹਦੇ ਵਿੱਚ, ਤਾਂ ਕਿਸੇ ਬੱਚੇ ਨੇ ਡਾਊਟ ਵੀ ਨਹੀਂ ਪੁੱਛਿਆ ਸੀਗਾ। ਚਲੋ ਆਹ ਦੇਖੋ ਜੀ, ਆਪਾਂ ਕਰਨਾ ਹੈਗਾ ਸੈਂਟਰ ਆਫ ਗ੍ਰੈਵਿਟੀ ਆਫ ਪੈਰਲਲੋਗ੍ਰਾਮ। ਇਹ ਕਿਵੇਂ ਕੱਢਾਂਗੇ ਆਪਾਂ, ਸਾਰਾ ਜਿਓਮੈਟਰੀ ਕਰਾਂਗੇ, ਡਾਇਗਰਾਮ ਬਣਾ ਕੇ ਫਿਰ ਸੋਲਵ ਕਰਾਂਗੇ ਜੀ ਆਪਾਂ। ਚਲੋ ਪੈਰਲਲੋਗ੍ਰਾਮ ਲੈ ਲਿਆ ਆਪਾਂ ਨੇ। ਪੈਰਲਲੋਗ੍ਰਾਮ ਹੁੰਦਾ ਹੈਗਾ ਜਿਨ੍ਹਾਂ ਦੀਆਂ ਆਪੋਜ਼ਿਟ ਸਾਈਡਸ ਆਪਸ 'ਚ ਪੈਰਲਲ ਹੋਣ ਤੇ ਬਰਾਬਰ ਹੋਣ। ਇਹ ਪੈਰਲਲੋਗ੍ਰਾਮ ਦੇ ਵਿੱਚ ਕਿਹਦੀ ਕੱਢਣੀ ਆਪਾਂ ਨੂੰ, ਦੇਖੋ ਕਿਵੇਂ ਕੱਢ ਰਹੇ ਆਪਾਂ। ਜਿਹੜੀ ਇਹ ਸ਼ੀਟ ਹੈਗੀ ਆ ਪੈਰਲਲੋਗ੍ਰਾਮ ਦੀ, ਇਹਨੂੰ ਆਪਾਂ ਨੇ ਸਟ੍ਰਿਪ ਦੇ ਵਿੱਚ ਕੱਟ ਲਿਆ। ਸਟ੍ਰਿਪ ਮਤਲਬ ਕਿ ਇੱਦਾਂ ਪਾਰਟਸ ਬਣ ਲਏ ਆਪਾਂ। ਇਹ ਬਹੁਤ ਬਰੀਕ ਬਰੀਕ ਸਟ੍ਰਿਪਸ ਨੇ। ਸਟ੍ਰਿਪਸ ਕੀ ਹੁੰਦੀ ਹੈਗੀ ਆ, ਇੱਦਾਂ ਛੋਟਾ ਪਾਰਟ ਲੈ ਲਿਆ, ਇਹ ਸਟ੍ਰਿਪ ਦੇ ਵਿੱਚ ਵੰਡ ਲਿਆ ਆਪਾਂ। ਇਹ ਬਹੁਤ ਨੇੜੇ ਨੇੜੇ ਨੇ ਪਾਰਟ, ਮੈਂ ਦਿਖਾਏ ਨੇ ਬਣਾ ਕੇ, ਦੇਖਣ ਲੱਗ ਰਿਹਾ ਕਿ ਵਿਡਥ ਬਹੁਤ ਜ਼ਿਆਦਾ ਹੈ, ਇਹ ਵਿਡਥ ਬਹੁਤ ਘੱਟ ਹੈ ਇਹਨਾਂ ਦੀ। ਮਤਲਬ ਇੱਦਾਂ ਕਹਿ ਲਵੋ ਕਿ ਇਹਦੇ ਵਿੱਚ ਜਿਹੜੇ ਹੈਗੇ ਨੇ, ਜੇ ਆਪਾਂ ਸਟ੍ਰਿਪਸ ਬਣਾਵਾਂਗੇ ਕੱਟਾਂਗੇ, ਇਹ 'ਚ ਬਹੁਤ ਸਾਰੀਆਂ ਸਟ੍ਰਿਪਸ ਬਣਨਗੀਆਂ। ਇੱਦਾਂ ਸਟ੍ਰਿਪ ਵਾਈਜ਼ ਆਪਾਂ ਇਹਨੂੰ ਕੱਟਤਾ, ਸਟ੍ਰਿਪ ਵਾਈਜ਼ ਇਹਨੂੰ ਕੱਟਤਾ ਜੀ ਆਪਾਂ ਨੇ। ਤਾਂ ਜੋ ਸਟ੍ਰਿਪ ਹੈਗੀ ਆ ਇਹ, ਜਿਵੇਂ ਆਹ ਸਟ੍ਰਿਪ ਲਈ ਆ ਆਪਾਂ ਇੱਕ, ਜਿਹੜੀ ਆਹ ਸਟ੍ਰਿਪ ਹੈਗੀ ਆ ਇਹ ਰੋਡ ਵਾਂਗੂ ਬਿਹੇਵ ਕਰ ਰਹੀ, ਜਿਵੇਂ ਰੋਡ ਹੁੰਦੀ ਹੈਗੀ, ਰੋਡ ਵੀ ਪਤਲੀ ਰੋਡ ਵਾਂਗੂ ਬਿਹੇਵ ਕਰ ਰਹੀ। ਤਾਂ ਰੋਡ ਵਾਸਤੇ ਆਪਾਂ ਕੀਤਾ ਹੋਣੀ ਜੋ ਸੈਂਟਰ ਆਫ ਗ੍ਰੈਵਿਟੀ ਹੋਊਗਾ ਇੱਥੇ ਕਿਤੇ ਹੋਊਗਾ, ਸੈਂਟਰ 'ਚ ਹੋਊਗਾ। ਤਾਂ ਆ ਵੀ ਦੂਜੀ ਸਟ੍ਰਿਪ ਵੀ ਰੋਡ ਵਾਂਗੂ ਬਿਹੇਵ ਕਰ ਰਹੀ ਹੈਗੀ ਆ, ਇਹਦਾ ਵੀ ਸੈਂਟਰ ਆਫ ਗ੍ਰੈਵਿਟੀ ਇੱਥੇ ਕਿਤੇ ਹੋਊਗਾ। ਤੀਜੀ ਰੋਡ ਵਾਂਗੂ ਬਿਹੇਵ ਕਰ ਰਹੀ ਆ, ਚੌਥੀ ਬਿਹੇਵ ਕਰ ਰਹੀ ਆ, ਪੰਜਵੀਂ ਸਾਰੇ ਰੋਡ ਵਾਂਗੂ ਬਿਹੇਵ ਕਰ ਰਹੀ ਆ। ਤਾਂ ਸੈਂਟਰ ਆਫ ਗ੍ਰੈਵਿਟੀ ਇੱਥੇ ਕਿਤੇ ਆਉਣਗੇ। ਮਤਲਬ ਜੋ ਇਹਦਾ ਸੈਂਟਰ ਹੋਊਗਾ, ਆਹ ਕੀ ਕਰ ਰਹੇ ਆਪਾਂ, ਇਹ ਸੈਂਟਰ ਨੇ ਸਾਰਿਆਂ ਦੇ, ਜੋ ਸੈਂਟਰ ਜੁਆਇਨ ਕੀਤੇ ਹੈਗੇ ਨੇ, ਇੱਥੇ ਕਿਤੇ ਸੈਂਟਰ ਆਫ ਗ੍ਰੈਵਿਟੀ ਆਊਗਾ ਸਾਰਿਆਂ ਦਾ ਇਕੱਠਾ ਹੋ ਕੇ। ਇਹ ਨਹੀਂ ਪਤਾ ਕਿੱਥੇ ਆਊਗਾ, ਜਿਵੇਂ ਆਹ ਇੱਥੇ ਸੈਂਟਰ ਆਫ ਗ੍ਰੈਵਿਟੀ, ਇੱਥੇ ਸੈਂਟਰ ਆਫ ਗ੍ਰੈਵਿਟੀ, ਸੈਂਟਰ ਆਫ ਗ੍ਰੈਵਿਟੀ ਰੋਡਸ ਲੈ ਲਈਆਂ ਸਾਰੀਆਂ ਆਪਾਂ ਨੇ, ਤਾਂ ਸੈਂਟਰ ਆਫ ਗ੍ਰੈਵਿਟੀ ਜੋ ਹੈ ਉਹ ਇੱਥੇ ਕਿਤੇ ਆਊਗਾ। ਪਰ ਇਹ ਕਨਫਰਮ ਨਹੀਂ ਹੋਇਆ ਆਪਾਂ ਨੂੰ, ਸੈਂਟਰ ਆਫ ਗ੍ਰੈਵਿਟੀ ਇੱਥੇ ਆ ਰਿਹਾ, ਇੱਥੇ ਆ ਰਿਹਾ, ਇੱਥੇ ਕਨਫਰਮ ਨਹੀਂ ਹੋ ਰਿਹਾ ਜੇ ਆਪਾਂ ਨੂੰ। ਤੇ ਪਹਿਲਾਂ ਬਣਾ ਰਿਹਾ ਇਹ ਡਾਇਗਰਾਮ ਰਫ ਸੀਗੀ, ਜਿਹੜੀ ਫੇਅਰ ਡਾਇਗਰਾਮ ਬਣਾਉਣੀ ਹੈਗੀ ਆ ਉਹ ਦੇਖ ਲਈਏ। A B C D, ਇੱਕ ਇੱਥੇ ਸਟ੍ਰਿਪ ਸਮਝਾਉਣ ਵਾਸਤੇ ਹੈ, ਕਿਤੇ ਸਟ੍ਰਿਪ ਲੈ ਲਈ ਆਪਾਂ ਨੇ ਜੀ। ਇਹ ਸਟ੍ਰਿਪ ਦਾ ਮਿਡ ਪੁਆਇੰਟ,
इदा ज्वाइन करता। ये फेयर डायग्राम है जी। एक स्ट्रिप जनरल का आप दस देंगे कि मिड पॉइंट से एक्ट करेगा, फिर सारिਆਂ का मिड पॉइंट से आऊगा, जिवें सारिਆਂ का किया आपने। सो लैट कर लिया, लैट ए बी सी डी बी एनी पैरेललोग्राम, ये पैरेललोग्राम सपोज कर लिया अपन। ये किया लेट अस डिवाइड पैरेललोग्राम into number of strips parallel to AB। ये स्ट्रिप्स बनाई आपने, काफ़ी स्ट्रिप्स बनाई, जो सारे स्ट्रिप्स ने वो AB के पैरेलल है, जो DC जो मर्जी कह लो वो पैरेलल है। तो ये आप ले लिया जी, इस स्ट्रिप का नाम P ले लिया। कंसीडर द स्ट्रिप P, कंसीडर द स्ट्रिप P। स्ट्रिप P लई अपने, जो स्ट्रिप P लई which will behave like a rod। आ स्ट्रिप रॉड वांग बिहेव करेगी, तो रॉड भी किहड़ी होगी, यूनीफॉर्म। ते आल्सो वी नो दैट, अपन पता है, वी नो दैट सेंटर ऑफ ग्रेविटी ऑफ यूनिफॉर्म रॉड, सेंटर ऑफ ग्रेविटी ऑफ यूनिफॉर्म रॉड acts at center of rod। ये सेंटर ऑफ रॉड से होगा जी। therefore सेंटर ऑफ ग्रेविटी या CG कह लो, सेंटर ऑफ ग्रेविटी will acts along the line joining midpoints of AB and CD। देखो सेंटर ऑफ ग्रेविटी कितने आऊगा, सारे मिड पॉइंट से आऊगा, सारे स्ट्रिप्स लेनी है अपने। जो सारे ने मिड पॉइंट से सेंटर ऑफ ग्रेविटी आऊगा तो इन्हें ज्वाइन कर लिया अपने। तो ये लाइन की हैगी आ AB और CD का जो मिड पॉइंट है, E कह लो AF कह लो, जो EF है ये उपर कितने सेंटर ऑफ ग्रेविटी आऊगा, ये उपर कितने सेंटर ऑफ ग्रेविटी आऊगा। पर हजे कन्फर्म नहीं होया अपन कि सेंटर ऑफ ग्रेविटी कितने आऊगा। ये तो लग गया पता कि सेंटर ऑफ ग्रेविटी EF के उपर कितने ना कितने आऊगा। हुण देखो हुण यही प्रोसैस आप रिपीट किया दोबारा। हुण प्रोसैस किवें रिपीट किया, ये भी रफ डायग्राम है जी। पहला आप स्ट्रिप्स बनाइया सीगियां AB दे पैरेलल, हुण स्ट्रिप्स बना रहे हैं आप BC दे पैरेलल। इदां हुण स्ट्रिप्स बनाई शुरू करती हैं आप। जो स्ट्रिप्स बनाई आपने, ये स्ट्रिप भी रॉड यूनीफॉर्म रॉड वांगू बिहेव करेगा, तो यदा सेंटर ऑफ ग्रेविटी सेंटर च होगा, ये भी सेंटर च होगा, ये भी सेंटर च होगा, बिल्कुल सेम इदी सेंटर ऑफ ग्रेविटी इतने सेंटर से कितने आऊगा। समझाने वास्ते इत्थे एक स्ट्रिप बनाती, जिहदा नाम कहता आपने P'। ये P' स्ट्रिप लैट कर लिया, लैट P' बी एनी स्ट्रिप पैरेलल टू BC। BC के पैरेलल लड़ी अपन, बिल्कुल सेम इदी है। Therefore सेंटर ऑफ ग्रेविटी ऑफ P' will acts at, ये एक्ट करेगा सेंटर ऑफ P', जिमें पहला किया सारा, ये सेंटर ऑफ P' से एक्ट करेगा। तो ओवरऑल सेंटर ऑफ ग्रेविटी कितने एक्ट करेगा,
line joining the midpoints of BC and AD. Therefore, सारा ये मंगवाई है. Therefore, center of gravity या CG of the CG will acts along the line joining midpoints of CB and AD. ਇਹ ਡਾਇਗਰਾਮ ਫੇਰ ਆ ਜੀ, ਬਾਕੀ ਰਫ ਸੀ. ਤਾਂ ਹੁਣ ਇਹ ਲੱਗ ਗਿਆ ਪਤਾ ਆਪਾਂ ਨੂੰ, ਜੇ ਸਟ੍ਰਿਪਸ ਆਪਾਂ ਇਦਾਂ ਵੰਡਾਂਗੇ ਏ ਬੀ ਦੇ ਪੈਰਲ ਸਟ੍ਰਿਪਸ ਤੋੜਾਂਗੇ ਤਾਂ ਸੈਂਟਰ ਆਫ ਗ੍ਰੈਵਿਟੀ ਇੱਥੇ ਕਿਤੇ ਆਊਗਾ, ਪਤਾ ਨਹੀਂ ਕਿੱਥੇ ਆਊਗਾ. ਪਰ ਜੇ ਆਪਾਂ ਇਦਾਂ ਸਟ੍ਰਿਪਸ ਤੋੜਾਂਗੇ BC ਦੇ ਪੈਰਲ ਤੇ ਸੈਂਟਰ ਆਫ ਗ੍ਰੈਵਿਟੀ ਇਹਦੇ ਉੱਪਰ ਆਊਗਾ. ਤਾਂ ਸੈਂਟਰ ਆਫ ਗ੍ਰੈਵਿਟੀ ਦਾ ਇੱਕੋ ਪੁਆਇੰਟ ਹੁੰਦਾ. ਇਹ ਵੀ ਗੱਲ ਸਹੀ ਆ ਆਪਣੀ, ਇਹ ਵੀ ਗੱਲ ਸਹੀ ਹੈ ਕਿ ਸੈਂਟਰ ਆਫ ਗ੍ਰੈਵਿਟੀ ਇਹ ਲਾਈਨ ਦੇ ਉੱਪਰ ਆਉਣਾ ਚਾਹੀਦਾ, ਤਾਂ ਸੈਂਟਰ ਆਫ ਗ੍ਰੈਵਿਟੀ ਇਹ ਲਾਈਨ ਦੇ ਦੋਨਾਂ ਲਾਈਨਾਂ ਉੱਪਰ ਆਉਣਾ ਚਾਹੀਦਾ. ਜੇ ਸੈਂਟਰ ਆਫ ਗ੍ਰੈਵਿਟੀ ਦੋਨਾਂ ਲਾਈਨਾਂ ਉੱਪਰ ਆਉਣਾ ਚਾਹੀਦਾ ਹੈਗਾ ਤਾਂ ਆਪਾਂ ਇੱਕ ਅਜਿਹਾ ਪੁਆਇੰਟ ਲੱਭੀਏ ਜੋ ਦੋਹਾਂ ਲਾਈਨ ਦੇ ਉੱਪਰ ਆ ਰਿਹਾ. ਤਾਂ ਇਹ ਇੱਕ ਅਜਿਹਾ ਪੁਆਇੰਟ ਆ ਜੋ ਦੋਨੋਂ ਲਾਈਨਸ ਦੇ ਉੱਪਰ ਆ ਰਿਹਾ. ਤਾਂ ਇਹ ਕਨਫਰਮ ਹੋ ਗਿਆ ਆਪਾਂ ਨੂੰ, ਜੋ ਸੈਂਟਰ ਆਫ ਗ੍ਰੈਵਿਟੀ ਹੋਊਗਾ ਫਿਰ ਪੱਕਾ ਆ ਹੋਊਗਾ, ਬਿਕੋਜ਼ ਇਹ ਇਸ ਲਾਈਨ ਦੇ ਉੱਪਰ ਵੀ ਆ ਰਿਹਾ, ਇਸ ਲਾਈਨ ਦੇ ਉੱਪਰ ਵੀ ਆ ਰਿਹਾ. ਇਹਨੂੰ ਆਪਾਂ ਨੇ ਕੀ ਲੈ ਲਿਆ, ਜਿਹੜਾ ਮਰਜੀ ਪੁਆਇੰਟ ਮੰਨ ਲਓ. ਤਾਂ therefore ਸੈਂਟਰ ਆਫ ਗ੍ਰੈਵਿਟੀ ਐਕਟਸ ਐਟ, ਕਿੱਥੇ ਆਇਆ ਸੈਂਟਰ ਆਫ ਗ੍ਰੈਵਿਟੀ ਇਹਦਾ, ਐਟ intersection of lines joining midpoints of opposite sides of parallelogram. ਤਾਂ ਜੋ ਆਪਣੇ ਕੋਲ ਸੈਂਟਰ ਆਫ ਗ੍ਰੈਵਿਟੀ ਹੈਗਾ ਉਹ ਕਿਹਦੇ ਬਰਾਬਰ ਆਇਆ ਆਪਣੇ ਕੋਲ, ਜਿਹੜੀਆਂ ਆਪੋਜ਼ਿਟ ਸਾਈਡ ਨੇ ਉਹਨਾਂ ਮਿਡ ਪੁਆਇੰਟ ਲੈ ਕੇ ਆਪਾਂ ਲਾਈਨ ਜੁਆਇਨ ਕਰ ਲਈਆਂ, ਜਿੱਥੇ ਦੋਨੇ ਇੰਟਰਸੈਕਟ ਕਰ ਰਹੇ ਨੇ ਉਹ ਆਪਣੇ ਕੋਲ ਪੈਰਲਲੋਗ੍ਰਾਮ ਦਾ ਸੈਂਟਰ ਆਫ ਗ੍ਰੈਵਿਟੀ ਹੋਊਗਾ. ਜਿਵੇਂ ਦੇਖੋ, ਪਰ ਇਹ ਥੋੜਾ ਕੰਮ ਔਖਾ ਲੱਗ ਰਿਹਾ ਕਿ ਮਿਡ ਪੁਆਇੰਟ ਆਪਾਂ ਕਿਵੇਂ ਜੁਆਇਨ ਕਰਾਂਗੇ. ਤਾਂ ਇਹਦੇ ਵਾਸਤੇ ਇੱਕ ਹੋਰ ਦੇਖੋ 10th ਕਲਾਸ ਦੀ ਪ੍ਰੋਪਰਟੀ ਆ ਕਿ ਕੋਈ ਪੈਰਲਲੋਗ੍ਰਾਮ ਇਹ ਪ੍ਰੂਵ ਵੀ ਕਰ ਸਕਦੇ ਹੋ ਜਿੱਥੇ ਇਹਨਾਂ ਦੇ ਡਾਇਗਨਲ ਆਪਸ 'ਚ ਕੱਟ ਕਰਨਗੇ, ਜਿੱਥੇ ਡਾਇਗਨਲਸ ਕੱਟ ਕਰਨਗੇ ਉੱਥੇ ਹੀ ਲਾਈਨ ਜੁਆਇਨਿੰਗ ਮਿਡ ਪੁਆਇੰਟਸ ਆਫ ਆਪੋਜ਼ਿਟ ਸਾਈਡਸ ਇਹ ਕੱਟ ਕਰਨਗੀਆਂ, ਕੋਈ ਸੇਮ ਪੁਆਇੰਟ ਹੋਊਗਾ. ਇਹ 10th ਕਲਾਸ ਦੀ ਮੈਂ ਟ੍ਰਾਇੰਗਲ ਕੰਗਰੂਐਂਟ ਕਰਕੇ ਪ੍ਰੂਵ ਕਰ ਸਕਦੇ ਹੈਗੇ. ਤਾਂ ਇਹ ਥੋੜਾ ਔਖਾ ਲੱਗ ਰਿਹਾ ਕਹਿਣਾ ਕਿ ਜੋ ਪੈਰਲਲੋਗ੍ਰਾਮ ਦਾ ਸੈਂਟਰ ਆਫ ਗ੍ਰੈਵਿਟੀ ਹੋਊਗਾ ਇਹ ਲਾਈਨ ਜੁਆਇਨਿੰਗ ਦਾ ਮਿਡ ਪੁਆਇੰਟਸ ਆਫ ਆਪੋਜ਼ਿਟ ਸਾਈਡ ਦੇ ਇੰਟਰਸੈਕਸ਼ਨ ਦੇ ਬਰਾਬਰ ਹੋਊਗਾ. ਤਾਂ ਇਹ ਸੌਖਾ ਕਿ ਜੋ ਸੈਂਟਰ ਆਫ ਗ੍ਰੈਵਿਟੀ ਹੋਊਗਾ ਪੈਰਲਲੋਗ੍ਰਾਮ ਦਾ ਉਹ ਡਾਇਗਨਲਸ ਦਾ ਪੁਆਇੰਟ ਆਫ ਇੰਟਰਸੈਕਸ਼ਨ ਹੋਊਗਾ. ਤਾਂ ਇਹ ਲਿਖਾਂਗੇ therefore center of gravity of parallelogram is point of intersection of diagonals. तो ये आर्टिकल है, ये प्रूफ भी याद रखना, प्रूफ तो करना ही करना अपन, तो ये भी याद रखना कि जो पैरेललोग्राम का सेंटर ऑफ ग्रेविटी है वो जिथे डायगोनल्स आपस में कट करते हैं उत्थे होगा जी. ਇਹਦਾ ਵੀ ਆਪਾਂ ਦੂਜਾ ਰਿਜ਼ਲਟ ਬਣਾਉਣਾ ਹੈਗਾ, ਉਹ ਕਿਵੇਂ, ਇਹ ਗੱਲ ਧਿਆਨ ਰੱਖਣੀ ਹੈ. ਜਿਹੜਾ ਇਹ ਪੈਰਲਲੋਗ੍ਰਾਮ ਲਿਆ ਆਪਾਂ ਨੇ ਇਹ ਲੈਮੀਨਾ ਜੇ ਯਾਦ ਹੋਵੇ, ਲੈਮੀਨਾ ਇਹ ਅੰਦਰੋਂ ਖਾਲੀ ਨਹੀਂ ਹੈ, ਸ਼ੀਟ ਆ. ਜਿਵੇਂ ਸਰਕਲ ਤਾਂ ਖਾਲੀ ਹੁੰਦਾ, ਜੋ ਡਿਸਕ ਹੁੰਦੀ ਹੈ ਕਿ ਅੰਦਰੋਂ ਭਰੀ ਹੁੰਦੀ ਹੈ, ਇਹ ਪਹਿਲਾਂ ਗੱਲ ਆਈ ਹੋਈ ਹੈ. ਇਹ ਉਹਦਾ ਕੱਢਿਆ ਆਪਾਂ ਨੇ, ਮਤਲਬ ਕਿ ਐਂ ਕਹਿ ਲਵੋ ਕਿ ਇਹ ਪੈਰਲਲੋਗ੍ਰਾਮ ਸ਼ੀਟ ਆ, ਅੰਦਰੋਂ ਭਰੀ ਹੋਈ ਆ. ਸੋ ਹੁਣ ਦੇਖੋ, ਇਹ ਨੋਟ ਪਾ ਲਓ.
ये हुणी किता जिहड़ा पैरेललोग्राम का वेट है जिथे डायगोनल्स कट करनगे उत्थे इहदा वेट एक्ट करूगा। मतलब ये सारे पैरेललोग्राम का वेट आप इत्थे मान सकते हैं जिथे डायगोनल्स कट कर रहे हैं जां इत्थे आ लाइनस कट कर रही हैं, जिस तरह मर्जी कह लो। जे आप एक डायग्राम होर देखिए सेम पैरेललोग्राम है जी, ये चारे पासे आपां ए बी सी डी ए बी सी डी ये चारे पासे आपां W/4 का वेट लमका लीए, इधर भी इधरले पासे भी आपां W/4 का वेट हैंग कर लिया, W/4 का वेट हैंग कर लिया। हुण यह शीट नहीं हैगी, जस्ट ये लाइनस ने लाइनस बनाई, कोई शीट नहीं हैगी, ये शीट सी अंदरों ठोस, ये खाली है जी। जस्ट आप वेट हैंग किए ने ये चारे पासे, यदा सेंटर ऑफ ग्रैविटी कितने होगा ये करके देखते हैं। ये दोनों वेट इक्वल ने, इक्वल का सेंटर एक्ट करेगा, आह दोनों वेट इक्वल ने, यदा सेंटर से एक्ट करेगा, यदा वेट कितना एक्ट करेगा सेंटर से, दोनों ऐड कर लो जी, W/4 + W/4 W/2 आ जाएगा। यदा वेट कितना करेगा जी, W/2 आ जाएगा। दोनों चार वेट को आप दो वेट कन्वर्ट कर लिया, ये दो का रिजल्टेंट कटांगे, लाइन ज्वाइन कर ली, ये दोनों वेट की ने आपस इक्वल ने, तो यदा वेट जो हैगा सेंटर से एक्ट करेगा कितना होगा, दोनों ऐड कर ले जी, W/2 W/2 W बन जाएगा। तो ओवरऑल चारे फोर्सिस का जो वेट हैगा वो आ लाइन के सेंटर से एक्ट करेगा। तो पैरेललोग्राम वास्ते जो आह लाइन ज्वाइनिंग मिड पॉइंट का सेंटर है, ये उही पॉइंट होगा जिथे डायगोनल्स आपस कट करने, ये सेम आ पॉइंट। ये पैरेललोग्राम की प्रॉपर्टी होंदी है, जो लाइन ज्वाइनिंग मिड पॉइंट्स का मिड पॉइंट होगा, ये उही पॉइंट होगा जिथे डायगोनल्स आपस कट करने। तो गल उही बन गई कि जे आप चारे वेट, चार इक्वल वेट W/4 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 चारे पॉइंट से हैंग कर दिए, तो रिजल्टेंट की बनया कि इस पॉइंट से, ये पॉइंट को मान लो आप K कह दिए, तो यह मतलब बन गया कि K पॉइंट से W वेट एक्ट कर रहा। तो यदा मीनिंग भी तो यही है कि K पॉइंट से W वेट एक्ट कर रहा। जो दोनों का मीनिंग सेम ही आ, ये शीट आ, फर्क की है, ये शीट आ सारी यूनीफॉर्म शीट आ, ये शीट नहीं हैगी, जस्ट आप वेट हैंग किए ने चारे पॉइंटा से। जे दोनों की गल इको ही आ, ये भी उही रिजल्ट दे रही है, ये भी उही रिजल्ट दे रही है, दोनों की कहांगे आप आपस इक्विवेलेंट कहांगे। ये दोनों आपस इक्विवेलेंट ने, मतलब चाहे ये कह लवो चाहे ये कह लवो, दोनों गल्लां सेम होंगी। देखो किवें लेट कर लिया, लेट ABCD B आ पैरेललोग्राम, ये मान लिया अपन, तो लेट कर लिया W/4 वेट इज हैंग एट ईच वर्टेक्स या वर्टिसिस एट ईच वर्टेक्स ABCD। तो देयरफॉर की बन गया, E मान लो F। तो डायग्राम बनानी अपन, तो इतों की मतलब बन गया देयरफॉर वेट W/2 एक्ट्स एट E। E की हैगा अपने को मिड पॉइंट ऑफ AB। तो इन्हों दोनों का की मतलब बनया सी अपने को W/2 एक्ट्स एट F। F की हैगा मिड पॉइंट ऑफ CD। तो 4 तो 2 बन गए, देयरफॉर W एक्ट्स एट, इन्होंने दोनों का W एक्ट करेगा वेट किते K। ये की हैगा मिड पॉइंट ऑफ
ई एफ ਜਾਂ मिड पॉइंट ऑफ ई एफ कह लो ਜਾਂ कह लो और पॉइंट ऑफ इंटरसैक्शन ऑफ डायगोनल्स। तो ये गल इक्को बन गई, यही सेम बन गई गल। दे फिर ये दोनों गल्लां की ने आपस में इक्विवेलेंट ने। पेपर के क्वेश्चन इदा भी आ सकता, शो करो कि जो पैरेललोग्राम है ये इक्विवेलेंट होगा, द पैरेललोग्राम ऑफ वेट W इज इक्विवेलेंट टू 4 इक्वल वेट्स W/4 एक्ट ऑन द वर्टिसेस ऑफ पैरेललोग्राम। तो यह शो करना कि क्यों इक्वल आ, क्योंकि यदा रिजल्टेंट भी K उपर W आ रहा, K उपर W वेट आ रहा, तो यदा भी की रिजल्ट आ K उपर W वेट आ रहा, सेम ही है। जे सेम हैगा तो आप कहांगे कि दोनों आपस इक्विवेलेंट ने। चलो ठीक है जी, यही काम करना सी, आप ध्यान नाल पढ़ लियो। कल भी आप प्रैक्टिकल करांगे, जिवें परसों तो न्यूमेरिकल पार्ट शुरू होगा ਇਹਦਾ। ये काफ़ी इंपॉर्टेंट ने जी, ध्यान नाल देख लियो जी। कोई प्रॉब्लम होई तो पूछ लियो जी। थैंक यू।